ਕੇਂਦਰ ਸਰਕਾਰ ਦੇ ਵੱਲੋਂ ਖੇਤੀ ਕਾਨੂੰਨ ਬਣਾਏ ਗਏ ਜੋ ਉਹਨਾਂ ਨੇ ਕਿਹਾ ਸੀ ਕਿ ਕਿਸਾਨਾਂ ਦੇ ਹੱਕ ਦੇ ਨੇ, ਪਰ ਪੂਰੇ ਦੇਸ਼ ਭਰ ਦੇ ਵਿੱਚ ਕਿਸਾਨ ਸੜਕਾਂ ਦੇ ਉੱਪਰ ਆ ਗਏ। ਲਗਭਗ 1 ਮਹੀਨਾ ਹੋ ਗਿਆ ਕਿਸਾਨ ਸੜਕਾਂ ਦੇ ਉੱਪਰ ਹੈ। ਕਿਸਾਨਾਂ ਨੂੰ ਇਹ ਕਾਨੂੰਨ ਮਨਜ਼ੂਰ ਨਹੀਂਗਾ। ਕਿਸਾਨਾਂ ਦੇ ਦਬਾਅ ਤੋਂ ਬਾਅਦ ਹੁਣ ਸਰਕਾਰ ਨੇ, ਪੰਜਾਬ ਸਰਕਾਰ ਨੇ 3 ਆਪਣੇ ਤੌਰ ਦੇ ਉੱਪਰ ਇੱਕ ਬਿੱਲ ਪੇਸ਼ ਕੀਤੇ ਨੇ, ਜਿਨ੍ਹਾਂ ਦੇ ਵਿੱਚ 3 ਚੀਜ਼ਾਂ ਤੋਂ ਜਿਹੜਾ ਕਿਸਾਨ ਡਰਦਾ ਸੀ ਉਹੀ 3 ਚੀਜ਼ਾਂ ਵਿੱਚ ਰੱਖੀਆਂ ਗਈਆਂ ਨੇ। ਉਹ 3 ਚੀਜ਼ਾਂ ਕਿਹੜੀਆਂ ਨੇ ਕਿ ਇੱਕ ਤਾਂ MSP ਖਤਮ ਨਹੀਂ ਹੋਊਗੀ। MSP ਜੇਕਰ MSP ਤੋਂ ਕੋਈ ਵੀ ਘੱਟ ਖਰੀਦ ਕਰੇਗਾ ਤਾਂ ਉਸ ਦੇ ਉੱਪਰ 3 ਸਾਲ ਦੀ ਸਜ਼ਾ ਹੋਵੇਗੀ, ਉਸ ਦੇ ਉੱਪਰ ਕਾਰਵਾਈ ਹੋਵੇਗੀ। ਦੂਸਰੇ ਨੰਬਰ ਦੇ ਉੱਪਰ ਰੱਖਿਆ ਗਿਆ ਕਿ ਜਿਹੜੇ ਮੰਡੀ ਪੰਜਾਬ ਨੂੰ ਇੱਕ ਸਰਕਾਰੀ ਮੰਡੀ ਐਲਾਨਣ ਦੀ ਵੀ ਗੱਲ ਕੀਤੀ ਗਈ ਹੈ ਇਸ ਬਿੱਲ ਦੇ ਵਿੱਚ। ਅਤੇ ਤੀਸਰਾ ਕਿ ਜਿੱਥੇ ਕੇਂਦਰ ਸਰਕਾਰ ਦੇ ਵੱਲੋਂ ਇਹ ਕਿਹਾ ਗਿਆ ਸੀ ਕਿ ਤੁਸੀਂ ਹੁਣ ਕਿਤੇ ਜਾ ਕੇ ਆਪਣੀ ਸੁਣਵਾਈ ਨਹੀਂ ਕਰ ਸਕਦੇ, ਤੁਸੀਂ ਕੋਰਟ ਦੇ ਵਿੱਚ ਨਹੀਂ ਜਾ ਸਕਦੇ, ਸਿਰਫ ਤੇ ਸਿਰਫ ਆਪਣੇ ਨਾਲ ਲੱਗਦੇ SDM ਦੇ ਕੋਲ ਹੀ ਕਾਰਵਾਈ ਕਰ ਸਕਦੇ ਹੋ, ਉਹਨਾਂ ਕੋਲ ਹੀ ਚੇਤਾਵਨੀ ਦੇ ਸਕਦੇ ਹੋ। ਤਾਂ ਪੰਜਾਬ ਸਰਕਾਰ ਨੇ ਇਸ ਚੀਜ਼ ਨੂੰ ਵੀ ਖਤਮ ਕਰਕੇ ਕਹਿ ਦਿੱਤਾ ਕਿ ਤੁਸੀਂ ਹੁਣ ਕੋਰਟ ਦੇ ਵਿੱਚ ਜਾ ਸਕਦੇ ਹੋ। ਇਹ 3 ਚੀਜ਼ਾਂ ਮੁੱਖ ਰੱਖੀਆਂ ਗਈਆਂ ਨੇ ਜਿਨ੍ਹਾਂ ਚੀਜ਼ਾਂ ਤੋਂ ਕਿਸਾਨ ਡਰਦਾ ਸੀ। ਪਰ ਹੁਣ ਇੱਕ ਗੱਲ ਹੋਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਖੇਤੀ ਮਾਹਰ ਇਹ ਗੱਲ ਕਹਿ ਰਹੇ ਨੇ ਕਿ ਇਹ ਕੋਈ ਛੋਟੀ ਲੜਾਈ ਨਹੀਂਗੀ। ਇਹ ਕਿਤੇ ਕੈਪਟਨ ਸਰਕਾਰ ਭੁਲੇਖੇ 'ਚ ਨਾ ਰਹਿ ਜਾਵੇ ਕਿ ਇਹ ਸਿਰਫ ਬਿੱਲ ਪੇਸ਼ ਕਰਕੇ ਸਾਡਾ ਪੱਲਾ ਝੜ ਜੂਗਾ ਜਾਂ ਕਿਸਾਨਾਂ ਦੇ ਹੱਕ ਦੇ ਵਿੱਚ ਅਸੀਂ ਨਿਕਲ ਆਵਾਂਗੇ। ਕਿਸਾਨ ਕੀ ਸੋਚਦੇ ਨੇ ਇਸ ਕਾਨੂੰਨ ਨੂੰ ਲੈ ਕੇ, ਇਸ ਬਿੱਲ ਨੂੰ ਲੈ ਕੇ ਜੋ ਪੰਜਾਬ ਸਰਕਾਰ ਨੇ ਨਵੇਂ ਪੇਸ਼ ਕੀਤੇ ਨੇ, ਕੀ ਸੋਚਦੇ ਨੇ? ਅਸੀਂ ਇਸ ਵੇਲੇ ਬਹਿਰਾਮ ਟੋਲ ਪਲਾਜ਼ਾ ਦੇ ਉੱਪਰ ਪਹੁੰਚੇ ਆ ਕਿਉਂਕਿ ਜਿੱਥੇ ਲਗਭਗ 1 ਮਹੀਨੇ ਤੋਂ ਕਿਸਾਨਾਂ ਨੇ ਪੱਕੇ ਮੋਰਚੇ ਲਗਾਏ ਆ। ਇਹ ਕਿਸਾਨ ਨੇ ਸਾਡੇ ਨਾਲ ਗੱਲਬਾਤ ਕਰਦੇ ਆ ਕਿ ਜੋ ਕੈਪਟਨ ਸਰਕਾਰ ਨੇ ਐਲਾਨ ਕੀਤਾ ਆ, ਜੋ ਕਾਨੂੰਨਾਂ ਦੇ ਖਿਲਾਫ ਉਲਟ ਇੱਕ ਬਿੱਲ ਪੇਸ਼ ਕੀਤੇ ਨੇ, ਉਹ ਬਿੱਲ ਨੂੰ ਕਿਵੇਂ ਦੇਖਦੇ ਆ। ਸਾਡੇ ਨਾਲ ਸਤਨਾਮ ਸਿੰਘ ਸਾਨੀ ਜੀ ਹੈਗੇ ਆ। ਸਾਨੀ ਸਾਹਿਬ, ਤੁਹਾਡਾ ਲੰਬਾ ਸੰਘਰਸ਼ ਆ। ਜਿਹੜੇ ਹੁਣ ਕੈਪਟਨ ਸਾਹਿਬ ਨੇ ਬਿੱਲ ਪੇਸ਼ ਕੀਤੇ ਨੇ ਵਿਧਾਨ ਸਭਾ ਦੇ ਵਿੱਚ, ਉਹਨਾਂ ਤੋਂ ਪਹਿਲਾ ਰਿਐਕਸ਼ਨ ਕਿਸਾਨਾਂ ਦਾ ਕੀ ਹੈ? ਖੁਸ਼ ਹੋ ਤੁਸੀਂ? ਪੰਜਾਬ ਦਾ ਸਮੁੱਚਾ ਕਿਸਾਨ ਜਿਹੜਾ ਪਿਛਲੇ ਲੰਬੇ ਸਮੇਂ ਤੋਂ 1 ਮਹੀਨੇ ਤੋਂ ਵੱਧ ਲਗਾਤਾਰ ਸੰਘਰਸ਼ ਦੇ ਰਾਹ ਤੇ ਹੈ। ਲਗਾਤਾਰ ਦਿਨ ਰਾਤ ਦੇ ਸੰਘਰਸ਼ ਤੋਂ ਬਾਅਦ ਜਿਹੜਾ ਕਿਸਾਨਾਂ ਦਾ ਅੰਦੋਲਨ ਹੈ ਉਹ ਡਟ ਕੇ ਲੜਿਆ ਕਿਸਾਨਾਂ ਨੇ। ਉਸ ਤੋਂ ਬਾਅਦ ਜਿਹੜੇ ਸਾਡੇ ਪੰਜਾਬ ਦੀ ਸਰਕਾਰ ਆ ਉਹਨੇ ਅੱਜ ਪੰਜਾਬ ਦੇ ਵਿਧਾਨ ਸਭਾ ਦਾ ਜਿਹੜਾ ਸਪੈਸ਼ਲ ਅਜਲਾਸ ਬੁਲਾਇਆ, ਉਹਦੇ ਵਿੱਚ ਸਾਨੂੰ ਹੁਣੇ ਸੂਚਨਾ ਮਿਲੀ ਹੈ ਕਿ 2-3 ਕੋਈ ਮਤਲਬ ਬਿੱਲ ਲੈ ਕੇ ਆਂਦੇ ਆ। ਅਸੀਂ ਉਹਨੂੰ ਪੂਰੀ ਤਰ੍ਹਾਂ ਸਟੱਡੀ ਕਰਕੇ ਸਵਾਗਤ ਆ ਉਹਦਾ ਬਾਅਦ ਚ ਕਰਾਂਗੇ। ਪਰ ਚਲੋ ਚੰਗੀ ਗੱਲ ਹੈ ਜਿਹੜਾ ਵਿਧਾਨ ਸਭਾ ਦਾ ਅਜਲਾਸ ਅਸੀਂ ਮੰਗ ਕਰਦੇ ਸੀ ਵੀ ਤੁਸੀਂ ਵਿਸ਼ੇਸ਼ ਅਜਲਾਸ ਬੁਲਾਓ, ਉਹ ਅੱਜ ਬੁਲਾਇਆ। ਉਹਦੇ ਚ ਕਿਸਾਨਾਂ ਦੇ ਹਿੱਤਾਂ ਲਈ ਸਰਕਾਰ ਡਟ ਕੇ ਪਹਿਰਾ ਦੇਵੇ, ਉਹਨਾਂ ਲਈ ਡਟ ਕੇ ਸਟੈਂਡ ਲਵੇ। ਅਸੀਂ ਉਮੀਦ ਕਰਦੇ ਹਾਂ ਔਰ ਪੰਜਾਬ ਸਰਕਾਰ ਦਾ ਇਹ ਫਰਜ਼ ਵੀ ਹੈਗਾ ਕਿ ਕਿਸਾਨ ਪੰਜਾਬ ਦਾ ਬੜਾ ਦੁਖੀ ਤੇ ਪਰੇਸ਼ਾਨ ਹੋਇਆ, ਸੜਕਾਂ ਤੇ ਰੁਲ ਰਿਹਾ, ਰੇਲਵੇ ਟਰੈਕਾਂ 'ਚ ਰੁਲ ਰਿਹਾ। ਝੋਨੇ ਦੀ ਕਟਾਈ ਦਾ ਸੀਜ਼ਨ ਹੋਣ ਦੇ ਬਾਵਜੂਦ ਕਿਸਾਨਾਂ ਨੇ ਅੰਦੋਲਨ ਤੋਂ ਆਪਣਾ ਪੈਰ ਪਿੱਛੇ ਨਹੀਂ ਖਿੱਚਿਆ ਕਿਉਂਕਿ ਇਹ ਮੁੱਦਾ ਬਹੁਤ ਵੱਡਾ। ਜੇ ਇਹਦੇ ਤੇ ਸਟੈਂਡ ਅਸੀਂ ਨਹੀਂ ਲੈਂਦੇ ਜਾਂ ਸਰਕਾਰ ਨਹੀਂ ਲੈਂਦੀ ਤੇ ਪੰਜਾਬ ਦੀ ਜਿਹੜੀ ਕਿਸਾਨੀ ਆ ਉਹਦੀ ਬਿਲਕੁਲ ਤਬਾਹੀ ਹੋ ਜਾਣੀ ਆ। ਪੰਜਾਬ ਦੀ ਆਰਥਿਕਤਾ ਤਬਾਹ ਹੋ ਜਾਣੀ ਆ ਕਿਉਂ ਪੰਜਾਬ ਦੇ ਵਿੱਚ ਖੇਤੀ ਤੋਂ ਸਿਵਾਏ ਨਾ ਤਾਂ ਪੰਜਾਬ ਦੇ ਵਿੱਚ ਕੋਈ ਉਦਯੋਗ ਆ, ਨਾ ਪੰਜਾਬ 'ਚ ਕੋਈ ਸਰਵਿਸ ਸੈਕਟਰ ਆ। ਪੰਜਾਬ ਦੀ ਹੋਂਦ ਇਕੱਲੀ ਕਿਸਾਨੀ ਦੇ ਸਿਰ ਤੇ ਆ। ਇਸੇ ਕਰਕੇ ਸਰਕਾਰ ਤੋਂ ਅਸੀਂ ਉਮੀਦ ਇਹ ਰੱਖਦੇ ਆ ਕਿ ਸਰਕਾਰ ਇਕੱਲਾ ਮਤਾ ਪਾਉਣ ਤੱਕ ਸੀਮਿਤ ਨਾ ਰਹੇ, ਇਹਦੇ ਤੇ ਡਟ ਕੇ ਪਹਿਰਾ ਦੇ ਕੇ ਹੋ ਸਕਦਾ ਸੁਪਰੀਮ ਕੋਰਟ ਤੱਕ ਵੀ ਜਾ ਕੇ ਪੰਜਾਬ ਦੀ ਕਿਸਾਨੀ ਦਾ ਪੱਖ ਜਿਹੜਾ ਉਹ ਡਟ ਕੇ ਪਹਿਰਾ ਦੇਵੇ, ਤਾਂ ਪੰਜਾਬ ਦੀ ਹੋਂਦ ਬਚੀ ਰਹੇਗੀ। ਜਿਹੜੀਆਂ ਚੀਜ਼ਾਂ ਤੋਂ ਕਿਸਾਨ ਨੂੰ ਡਰ ਲੱਗਦਾ ਸੀ, MSP ਤੋਂ, ਮੰਡੀਕਰਨ ਤੋਂ, ਜਾਂ ਫਿਰ ਸਾਡੀ ਕਾਰਵਾਈ ਜਾਂ ਅਸੀਂ ਕਿੱਥੇ ਜਾ ਕੇ ਆਪਣੀ ਗੱਲ ਰੱਖ ਸਕਦੇ ਹਾਂ, ਉਹਨਾਂ ਚੀਜ਼ਾਂ ਨੂੰ ਕੈਪਟਨ ਸਰਕਾਰ ਨੇ ਆਪਣੇ ਬਿੱਲ ਦੇ ਵਿੱਚ ਲੈ ਆਂਦਾ। ਇਹ ਚੀਜ਼ਾਂ ਤੋਂ ਤਾਂ ਸੰਤੁਸ਼ਟ ਹੋ ਕਿਸਾਨ ਕਿ ਨਹੀਂ? ਜੇ ਮਾਨਯੋਗ ਮੁੱਖ ਮੰਤਰੀ ਸਾਹਿਬ ਪੰਜਾਬ ਸਰਕਾਰ ਨੇ ਕਵਰ ਕੀਤਾ, ਇਹ ਚੰਗੀ ਗੱਲ ਆ। ਉਹਨਾਂ ਦਾ ਡਿਊਟੀ ਤੇ ਪਹਿਲਾ ਫਰਜ਼ ਵੀ ਹੈ। ਪੰਜਾਬ ਦੀ ਜਿਹੜੀ ਨੁਮਾਇੰਦਾ ਸਰਕਾਰ ਆ ਉਹਦਾ ਪਹਿਲਾ ਫਰਜ਼ ਹੈ ਆਪਣੇ ਲੋਕਾਂ ਦੀ ਗੱਲ ਸੁਣਨਾ। ਚਲੋ ਦੇਰ ਆਏ ਦਰੁਸਤ ਆਏ, ਬਹੁਤ ਲੰਬੇ ਸੰਘਰਸ਼ ਤੋਂ ਬਾਅਦ ਇਜਲਾਸ ਬੁਲਾਇਆ। ਅਸੀਂ ਕਹਿੰਦੇ ਸਾਡੇ ਅੰਦੋਲਨ ਤੇ ਮੋਹਰ ਲੱਗੀ ਆ। ਜੋ ਕਿਸਾਨ ਜਥੇਬੰਦੀਆਂ ਨੇ ਅੰਦੋਲਨ ਰੰਭਿਆ ਉਹਦੇ ਤੇ ਪੱਕੀ ਮੋਹਰ ਲੱਗ ਗਈ। ਕਿਸਾਨਾਂ ਦੇ ਅੰਦੋਲਨ ਬਿਲਕੁਲ ਜਾਇਜ਼ ਸੀ, ਕਿਸਾਨਾਂ ਦੀ ਮੰਗ ਜਾਇਜ਼ ਸੀ। ਹੁਣ ਸਰਕਾਰ ਤੋਂ ਸਾਡੀ ਇਹ ਅਪੀਲ ਆ ਕਿ ਇਸ ਕੇਸ ਦੇ ਉੱਤੇ ਪੂਰੀ ਦ੍ਰਿੜਤਾ ਨਾਲ ਪਹਿਰਾ ਦੇ ਕੇ ਸਮੁੱਚੀਆਂ ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਉਹ ਆਪਣੇ ਮਤਭੇਦ ਭੁਲਾ ਕੇ ਪੰਜਾਬ ਦੀ ਆਰਥਿਕਤਾ ਨੂੰ ਬਚਾਉਣ ਲਈ, ਪੰਜਾਬ ਦੀ ਕਿਸਾਨੀ ਨੂੰ ਬਚਾਉਣ ਲਈ, ਇੱਥੋਂ ਤੱਕ ਪੰਜਾਬ ਨੂੰ ਬਚਾਉਣ ਲਈ ਸਾਰੀਆਂ ਰਾਜਨੀਤਿਕ ਪਾਰਟੀਆਂ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਡਟ ਕੇ ਮਤਲਬ ਸੰਘਰਸ਼ 'ਚ ਸਾਡਾ ਸਾਥ ਦੇਣ। ਉਹਨਾਂ ਦਾ ਵੀ ਫਰਜ਼ ਬਣਦਾ, ਉਹ ਵੀ ਪੰਜਾਬ ਦੇ ਵਸਨੀਕ ਨੇ, ਪੰਜਾਬ ਦੀਆਂ ਪਾਰਟੀਆਂ ਨੇ। ਇੱਕ ਦੂਜੇ ਨਾਲ ਲੜਾਈਆਂ ਛੱਡ ਕੇ, ਰਾਜਨੀਤਿਕ ਰੋਟੀਆਂ ਸੇਕਣੀਆਂ ਛੱਡ ਕੇ ਸਿੱਧਾ ਡਟ ਕੇ ਮੈਦਾਨ 'ਚ ਆਉਣ ਤਾਂ ਕਿ ਜਿਹੜਾ ਅੰਦੋਲਨ ਆ ਇਹ ਆਪਾਂ ਪੂਰੀ ਦ੍ਰਿੜਤਾ ਨਾਲ ਲੜ ਕੇ ਕਾਮਯਾਬ ਹੋਈਏ। ਬਾਹਰ ਕਹਿੰਦੇ ਕਿ ਇਹ ਚੀਜ਼ਾਂ ਅਜੇ ਬਹੁਤ ਔਖੀਆਂ ਨੇ। ਅਜੇ ਤੁਸੀਂ ਗਵਰਨਰ ਕੋਲ ਜਾਣਾ, ਉਸ ਤੋਂ ਬਾਅਦ ਰਾਸ਼ਟਰਪਤੀ ਕੋਲ ਜਾਓਗੇ ਤਾਂ ਰਾਸ਼ਟਰਪਤੀ ਨੇ ਤਾਂ ਪਹਿਲਾਂ
ਇਸ ਦੇ ਖਿਲਾਫ ਜਿਹੜਾ ਤੁਸੀਂ ਕਾਨੂੰਨ ਕਹਿ ਰਹੇ ਹੋ ਕੇਂਦਰ ਸਰਕਾਰ ਨੇ ਦਿੱਤਾ ਸੀ ਉਹਦੇ ਸਾਈਨ ਕੀਤੇ, ਉੱਤੇ ਮੋਹਰ ਲਾਈ ਆ, ਤਾਂ ਕੀ ਲੱਗਦਾ ਕਿ ਇੱਥੇ ਮੋਹਰ ਹੁਣ ਲੱਗੂਗੀ? ਤਾਂ ਪਹਿਲਾ ਸਟੈਪ ਹੈ, ਇਹਦੇ ਨਾਲ ਸਾਨੂੰ ਮੋਰਲ ਸਪੋਰਟ ਮਿਲੇਗੀ। ਇਹ ਲੜਾਈ ਲੰਬੀ ਹੈ ਜੀ, ਇਹ ਬੜੀ ਦੂਰ ਤੱਕ ਜਾਣੀ ਹੈ, ਹਜੇ ਗਵਰਨਰ ਸਾਹਿਬ ਕੋ ਮਤੇ ਜਾਣੇ ਆ, ਉਸ ਤੋਂ ਬਾਅਦ ਹੋ ਸਕਦਾ ਹੈ ਸੁਪਰੀਮ ਕੋਰਟ ਤੱਕ ਵੀ ਜਾਵੇ। ਇਹ ਲੰਬੀ ਲੜਾਈ ਹੈ, ਪਰ ਪੰਜਾਬੀਆਂ ਨੇ ਤਹਈਆ ਕੀਤਾ ਇਹ ਲੜਾਈ ਲੜਨੀ ਵੀ ਹੈ, ਲੜਾਈ ਜਿੱਤਣੀ ਵੀ ਹੈ। ਪੰਜਾਬ ਤੋਂ ਇਲਾਵਾ ਸਾਨੂੰ ਖੁਸ਼ੀ ਇਸ ਗੱਲ ਦੀ ਹੈ, ਇਕੱਲੇ ਪੰਜਾਬ ਦਾ ਅੰਦੋਲਨ ਨਹੀਂ, ਇਹ ਪੰਜਾਬ ਦੀਆਂ ਹੱਦਾਂ ਤੋਂ ਨਿਕਲ ਕੇ ਥੋੜੇ ਦਿਨਾਂ ਤੱਕ ਤੁਸੀਂ ਦੇਖੋਗੇ ਇਹ ਸਾਰੇ ਦੇਸ਼ ਦਾ ਅੰਦੋਲਨ ਬਣ ਜਾ ਰਿਹਾ। ਪੰਜਾਬ ਤੋਂ ਬਾਹਰਲੀਆਂ ਕਿਸਾਨ ਜਥੇਬੰਦੀਆਂ ਨਾਲ ਵੀ ਸਾਡੀਆਂ ਜਥੇਬੰਦੀਆਂ ਦਾ ਤਾਲਮੇਲ ਹੋ ਗਿਆ, ਇੱਕ ਸਾਂਝਾ ਸੰਘਰਸ਼ ਪੂਰੇ ਦੇਸ਼ ਵਿੱਚ ਫੈਲਦਾ ਤੁਸੀਂ ਥੋੜੇ ਦਿਨਾਂ ਤੱਕ ਦੇਖੋਗੇ। ਬੇਸ਼ੱਕ ਸਰਕਾਰ ਦੇ ਲੱਖ ਯਤਨ ਕੀਤੇ ਆ, ਪਰ ਦੇਸ਼ ਦੀ ਕਿਸਾਨੀ ਨੇ ਤਹਈਆ ਕੀਤਾ ਆ ਕਿ ਸਰਕਾਰ ਨੂੰ ਅਸੀਂ ਖੇਤੀ ਜਿਹੜੀ ਆ ਉਹ ਵੱਡੇ ਘਰਾਣਿਆਂ ਦੇ ਹਵਾਲੇ ਨਹੀਂ ਕਰਨ ਦੇਾਂਗੇ, ਕਾਰਪੋਰੇਟ ਸੈਕਟਰ ਦੇ ਕੋਲ ਖੇਤੀ ਦੀ ਬਾਗਡੋਰ ਨਹੀਂ ਜਾਣ ਦਊਗਾ ਕਿਸਾਨ, ਨਹੀਂ ਤਾਂ ਕਿਸਾਨ। ਵਿਰੋਧੀ ਕਹਿ ਰਹੇ ਨੇ ਕਿ ਇਹ ਸਿਰਫ ਊਂਠ ਦੇ ਮੂੰਹ 'ਚ ਜੀਰਾ ਦੇਣ ਵਾਲੀ ਗੱਲ ਆ, ਕੱਲੇ ਵਿਧਾਨ ਸਭਾ ਦੇ ਵਿੱਚ ਪੇਸ਼ ਕਰਨ ਦੇ ਨਾਲ ਇਹ ਚੀਜ਼ਾਂ ਹੱਲ ਨਹੀਂ ਹੋਣੀਆਂ। ਨਹੀਂ, ਕੱਲੇ ਵਿਧਾਨ ਸਭਾ ਦੇ ਵਿੱਚ ਪੇਸ਼ ਕਰਨਾ ਹੱਲ ਨਹੀਂ ਹੋਣੀਆਂ, ਬਿਲਕੁਲ ਤੁਹਾਡੀ ਸਹੀ ਗੱਲ ਹੈ। ਇਹਦੇ ਲਈ ਬਹੁਤ ਸਾਰੇ ਹੋਰ ਕਦਮ ਪੰਜਾਬ ਸਰਕਾਰ ਨੂੰ ਉਠਾਉਣੇ ਪੈਣਗੇ ਤਾਂ ਕਿ ਪੰਜਾਬ ਦੀ ਕਿਸਾਨੀ ਬਚੂਗੀ। ਇਹਦੇ ਲਈ ਵੱਡੇ ਹੰਭਲੇ ਮਾਰਨੇ ਪੈਣਗੇ। 2.5 ਲੱਖ ਕਰੋੜ ਦਾ ਪੰਜਾਬ ਕਰਜ਼ਾਈ ਆ, ਪੰਜਾਬ ਦਾ ਕਿਸਾਨ ਸੁਈਸਾਈਡ ਕਰ ਰਿਹਾ, ਪੰਜਾਬ ਦਾ ਜਿਹੜਾ ਯੂਥ ਹੈ ਉਹ ਬੇਰੁਜ਼ਗਾਰ, ਉਹਦਾ ਕੋਈ ਫਿਊਚਰ ਨਹੀਂ, ਉਹ ਵਿਦੇਸ਼ਾਂ ਨੂੰ, ਇੱਥੋਂ ਤੱਕ ਇਰਾਕ ਵਰਗੇ ਵਿਦੇਸ਼ਾਂ ਨੂੰ ਜਾਣ ਨੂੰ ਪੰਜਾਬ ਦਾ ਯੂਥ ਤਿਆਰ ਆ। ਇਹ ਪੰਜਾਬ ਦੀ ਸੱਚਾਈ ਹੈ। ਪੰਜਾਬ ਦੇ ਜਿਹੜੇ ਗਰਾਊਂਡ ਦੇ ਹਾਲਾਤ ਹੋਰ ਨੇ, ਸਾਨੂੰ ਉਹਨਾਂ ਨੂੰ ਸਾਰਿਆਂ ਨੂੰ ਸਮਝਣਾ ਪਊਗਾ। ਸਾਰੀਆਂ ਧਿਰਾਂ ਨੂੰ, ਵੈਸੇ ਕਹਿੰਦੇ ਕਿਸਾਨ ਜਥੇਬੰਦੀਆਂ ਵੀ ਬਣਦਾ ਰੋਲ ਉਹ 'ਚ ਪਾਉਣਗੀਆਂ, ਸਾਰੀਆਂ ਸਿਆਸੀ ਪਾਰਟੀਆਂ, ਸਾਰੀਆਂ ਕਿਸਾਨ ਜਥੇਬੰਦੀਆਂ, ਸਾਡੇ ਧਾਰਮਿਕ ਅਦਾਰੇ, ਜਿਹੜਾ ਸਾਡਾ ਆਮ ਸਿਟੀਜ਼ਨ ਆ, ਆਪਾਂ ਨੂੰ ਰਲ ਕੇ ਜਿਹੜੇ ਵਿਦੇਸ਼ਾਂ 'ਚ ਵਸਦੇ ਪੰਜਾਬੀ ਆ ਉਹ ਵੀ ਯੋਗਦਾਨ ਪਾਉਣ ਕਿ ਤਾਂ ਕਿ ਹਨੇਰੇ 'ਚੋਂ ਪੰਜਾਬ ਨੂੰ ਕੱਢਣ ਲਈ ਆਪਾਂ ਚੰਗੇ ਪਾਸੇ ਲੈ ਕੇ ਜਾਈਏ। ਵੈਸੇ ਕਿਸਾਨ ਕਿਹੜੀ ਚੀਜ਼ ਤੋਂ ਮੁੱਖ ਤੌਰ ਦੇ ਉੱਪਰ ਡਰਦਾ? ਚਲੋ ਠੀਕ ਹੈ, ਜ਼ਿਆਦਾ ਤਾਂ ਬਹੁਤਾ ਤਾਂ ਪਤਾ ਹੀ ਹੈ, ਡਿਟੇਲ ਦੇ ਵਿੱਚ ਕੀਤੀਆਂ ਹੀ ਗੱਲਾਂ ਬਾਤਾਂ ਅਸੀਂ। ਚਲੋ ਹੁਣ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਵੀ ਇਹ ਚੀਜ਼ਾਂ ਬਿੱਲ ਦੇ ਵਿੱਚ ਲੈਂਦੀਆਂ ਨੇ। ਕਿਸਾਨ ਮੋਟੇ ਤੌਰ ਦੇ ਉੱਪਰ ਡਰ ਕਿਹੜੀ ਗੱਲੋਂ ਰਿਹਾ? ਡਰ ਤੇ ਕਿਸਾਨ ਸਭ ਤੋਂ ਵੱਡਾ ਡਰ ਇਹ ਹੈ ਕਿਸਾਨ ਦਾ ਕਿ ਉਹਦੀ ਜਿਹੜੀ ਸਰਕਾਰੀ ਖਰੀਦ ਬੰਦ ਹੋਏਗੀ, ਸਰਕਾਰੀ ਖਰੀਦ ਦੀ ਗਰੰਟੀ ਖਤਮ ਹੋਏਗੀ, ਘੱਟੋ ਘੱਟ ਸਮਰਥਨ ਮੁੱਲ ਜਿਹੜਾ ਪਹਿਲਾਂ ਹੀ ਘੱਟ ਮਿਲਦਾ। ਅਸੀਂ ਡਿਮਾਂਡ ਕਰਦੇ ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨਾਲ C2 ਫਾਰਮੂਲਾ ਜਿਹੜਾ ਉਹਦੇ ਵਿੱਚ 50% ਮੁਨਾਫਾ ਜੋੜ ਕੇ ਕਿਸਾਨ ਦੀ ਲੇਬਰ ਵੀ ਜੋੜੀ ਜਾਵੇ, ਉਹਦੇ ਸਾਰੇ ਖਰਚੇ ਜੋੜ ਕੇ ਸਾਨੂੰ ਉਹਦੀ ਆਪਣੀ ਲਾਗਤ ਨਾਲੋਂ ਘੱਟੋ ਘੱਟ 1.5 ਗੁਣਾ ਮਿਲਣਾ ਚਾਹੀਦਾ। ਹੁਣ ਜਿਹੜਾ ਆ ਵਿਪਤਾ ਪਈ ਹੈ ਇਹਦੇ ਨਾਲ ਤਾਂ ਕਿਸਾਨਾਂ ਨੂੰ MSP ਵੀ ਨਹੀਂ ਮਿਲਣੀ। ਸਾਡੀ ਪਹਿਲੀ ਮੰਗ ਹੈ MSP ਬਰਕਰਾਰ ਰਹਿਣੀ ਚਾਹੀਦੀ ਆ, ਸਰਕਾਰੀ ਖਰੀਦ ਬਰਕਰਾਰ ਰਹਿਣੀ ਚਾਹੀਦੀ ਆ। ਜੇ ਕੋਈ ਸਰਕਾਰੀ ਖਰੀਦ ਤੋਂ ਘੱਟ ਖਰੀਦਦਾ ਉਹ ਇੱਕ ਸਜ਼ਾਯੋਗ ਅਪਰਾਧ ਮੰਨਿਆ ਜਾਵੇ। ਜੇ ਕੋਈ ਵਪਾਰੀ ਘੱਟ ਰੇਟ ਤੇ ਖਰੀਦਦਾ, ਕਿ ਉਹ ਸਾਡੇ ਤੰਖਲੇ ਤੱਦ ਸੱਚੇ ਆ ਕਿ ਤੁਸੀਂ 2 ਦਿਨ ਤੋਂ ਦੇਖ ਲਓ ਪੰਜਾਬ ਦੇ ਵਿੱਚ ਬਿਹਾਰ ਦਾ ਝੋਨਾ, ਯੂਪੀ ਤੋਂ ਝੋਨਾ ਟਰਾਲੇ ਲੱਦ ਕੇ ਆ ਰਿਹਾ, ਉਹਦੇ ਨਾਲ ਪੰਜਾਬ ਦੇ ਕਿਸਾਨ ਦਾ ਜਿਹੜਾ ਝੋਨਾ ਉਹ ਵਿਕਣ ਤੋਂ ਰਹਿ ਜਾਏਗਾ। ਇਹ ਪੰਜਾਬ ਦੇ ਕਿਸਾਨਾਂ ਦਾ ਜਿਹੜਾ ਦੁੱਖ ਹੈ ਬੜਾ ਜਾਇਜ਼ ਆ। ਇਹ MSP ਰਵੇ, ਸਰਕਾਰੀ ਖਰੀਦ ਰਵੇ, ਪੇਮੈਂਟ ਦੀ ਗਾਰੰਟੀ ਰਵੇ। ਜਿਹੜਾ ਪੰਜਾਬ ਦਾ ਪੁਰਾਣਾ ਮਾਰਕੀਟ ਸਿਸਟਮ ਹੈ ਮੰਡੀ ਬੋਰਡ ਦਾ, ਉਹ ਬਰਕਰਾਰ ਰਹਿਣਾ ਚਾਹੀਦਾ, ਤਾਂ ਹੀ ਕਿਸਾਨੀ ਦਾ, ਕਿਉਂ ਪੰਜਾਬ ਦਾ ਜਿਹੜਾ ਮੰਡੀਕਰਨ ਸਿਸਟਮ ਆ ਪੂਰੇ ਏਸ਼ੀਆ ਦੇ ਵਿੱਚੋਂ ਸਭ ਤੋਂ ਬੈਟਰ ਸਿਸਟਮ ਆ। ਉਹਦੇ ਨਾਲ ਕਿਸਾਨ ਸਿਕਿਉਰ ਵੀ ਆ। ਸਰਕਾਰਾਂ ਨੂੰ ਵੱਧ ਧਿਆਨ ਦੇ ਕੇ ਕਿ 65% ਲੋਕ ਖੇਤੀ ਤੋਂ ਰੋਟੀ ਖਵਾ ਕੇ ਖਾਂਦੇ ਆ, ਨਹੀਂ ਤਾਂ ਜੇ ਸਰਕਾਰ ਨੇ ਨਾ ਧਿਆਨ ਦਿੱਤਾ ਤੇ ਖੇਤੀਬਾੜੀ ਸੈਕਟਰ ਵੀ ਰੁਲ ਜਾਏਗਾ, ਬੇਰੁਜ਼ਗਾਰੀ ਵੱਡੀ ਫੈਲੇਗੀ, ਉਹਦੇ ਨਾਲ ਦੇਸ਼ ਵਿੱਚ ਅਰਾਜਕਤਾ ਵੀ ਫੈਲਣ ਦਾ ਡਰ ਹੈਗਾ। ਕੱਲ ਨੂੰ ਕਹਿ ਰਹੇ ਨੇ ਕਿ ਕਿਸਾਨ ਮੀਟਿੰਗ ਕਰਨੀ ਆ, ਕਿਸਾਨ ਭਵਨ ਦੇ ਵਿੱਚ ਚੰਡੀਗੜ੍ਹ ਜਾ ਕੇ ਮੀਟਿੰਗ ਕਰੋਗੇ ਤੁਸੀਂ, ਉਹ ਮੀਟਿੰਗ ਕਿਹੜੇ ਰੂਪ ਦੇ ਵਿੱਚ ਹੋਊਗੀ ਜਾਂ ਕਿਹੜੇ ਮੁੱਦੇ ਉੱਤੇ ਵਿਚਾਰੇ ਜਾਣਗੇ? ਜਿਹੜਾ ਸਾਡਾ ਪੂਰਾ ਅੰਦੋਲਨ ਚੱਲਦਾ, ਮੀਟਿੰਗ ਅਸੀਂ ਪਹਿਲਾਂ ਵੀ 20 ਤਰੀਕ ਦੀ ਬੁਲਾਈ ਗਈ ਸੀ ਸਾਰੀਆਂ ਜਥੇਬੰਦੀਆਂ ਦੀ, ਉਹ ਇਸੇ ਕਰਕੇ 21 ਦੀ ਕੀਤੀ ਆ ਕਿ ਜਿਹੜਾ ਸਰਕਾਰ ਨੇ ਸਟੈਂਡ ਲੈਣਾ ਉਹ ਸਾਡੇ ਕੋਲ ਕਲੀਅਰ ਹੋ ਜਾਵੇ, ਉਹ ਖਰੜੇ ਨੂੰ ਅਸੀਂ ਪੜ੍ਹ ਲਈਏ। ਇਸੇ ਕਰਕੇ 20 ਦੀ ਮੀਟਿੰਗ ਹੁਣ ਕੱਟ ਕੇ ਕੱਲ ਨੂੰ 11 ਵਜੇ ਕਿਸਾਨ ਭਵਨ ਸਮੁੱਚੀਆਂ ਕਿਸਾਨ ਜਥੇਬੰਦੀਆਂ ਕਰਨ ਜਾ ਰਹੀਆਂ। ਉਹਦੇ ਵਿੱਚ ਸਰਕਾਰ ਨੇ ਕੀ ਕੀਤਾ ਉਹਨੂੰ ਰਿਟਨ ਮਤਲਬ ਵਿਚਾਰਿਆ ਜਾਊਗਾ ਸਰਕਾਰ ਨੂੰ ਸਾਰੀਆਂ ਮਦਾਂ ਦਾ, ਕਿ ਵਿਧਾਨ ਸਭਾ 'ਚ ਕੀ ਕੀਤਾ, ਅਗਾਹਾਂ ਅੰਦੋਲਨ ਨੂੰ ਕਿਵੇਂ ਚਲਾਉਣਾ, ਅੱਗੇ ਤੋਂ ਅੰਦੋਲਨ ਕਿਸ ਰੂਪ 'ਚ ਚੱਲੇਗਾ, ਉਹਦੀ ਕੋਈ ਦਿਸ਼ਾ ਬਦਲਣੀ ਜਾਂ ਨਹੀਂ ਬਦਲਣੀ, ਉਹ ਸਾਰਿਆਂ ਦੀ ਸਾਂਝੀ ਰਾਏ ਦੇ ਨਾਲ ਫੈਸਲਾ ਫਿਰ ਲੈ ਕੇ ਕੱਲ ਨੂੰ ਕਿਸਾਨ ਭਵਨ ਚੰਡੀਗੜ੍ਹ ਤੋਂ ਐਲਾਨ ਕੀਤਾ ਜਾਊਗਾ। ਕਿ ਜਿਹੜੀਆਂ ਚੀਜ਼ਾਂ ਤੋਂ ਕਿਸਾਨ ਡਰਦਾ ਸੀ ਉਹਨੂੰ ਤਾਂ ਵਿੱਚ ਲੈ ਆਂਦਾ ਇਹਦੇ ਤੇ ਕੱਲ ਨੂੰ ਫਿਰ ਕੀ ਹੋਊਗਾ ਕਿ ਸਰਕਾਰ ਦੇ ਪੱਖ ਦੇ ਵਿੱਚ ਗੱਲਾਂ ਹੋਣਗੀਆਂ ਕਿ ਜਾਂ ਫਿਰ ਉਹਦੇ ਤੇ ਮੈਂ ਇਕੱਲਾ ਕੋਈ ਨਾ ਟਿੱਪਣੀ ਕਰ ਸਕਦਾ। ਇਹ ਸਾਡੀਆਂ 30 ਜਥੇਬੰਦੀਆਂ ਦਾ ਮਤ ਸਾਂਝਾ ਫੈਸਲਾ ਹੋਣਾ, 31 ਦਾ ਸਾਰੀਆਂ ਜਥੇਬੰਦੀਆਂ ਸਾਂਝਾ ਫੈਸਲਾ ਲੈ ਕੇ ਸਾਂਝਾ ਐਲਾਨ ਉੱਥੋਂ ਜਾਰੀ ਕੀਤਾ ਜਾਊਗਾ। ਹੋ ਸਕਦਾ ਕਿ ਧਰਨੇ ਜਿਹੜੇ ਮੁਜ਼ਾਹਰੇ ਚੱਕ ਦਿੱਤੇ ਜਾਣਗੇ। ਮੈਂ ਤੁਹਾਨੂੰ ਦੱਸਿਆ ਵੀ ਇਹਦੀ ਅਗਲੀ ਰੂਪ ਰੇਖਾ ਕੀ ਹੋਏਗੀ, ਅੱਗੇ ਸੰਘਰਸ਼ ਕਿੱਧਰ ਨੂੰ ਕਰਨਾ, ਇਹਦੀ ਕੀ ਡਾਇਰੈਕਸ਼ਨ ਹੋਣੀ ਹੈ, ਇਹ ਕੱਲ ਨੂੰ ਕਿਸਾਨ ਭਵਨ ਚੰਡੀਗੜ੍ਹ ਤੋਂ ਐਲਾਨ ਕੀਤਾ ਜਾਊਗਾ। ਕੱਲੀ ਕੋਈ ਜਥੇਬੰਦੀ ਜਾਂ ਕੱਲੇ ਆਗੂ ਇੰਨੀ ਸਮਰੱਥਾ ਨਹੀਂ ਰੱਖਦਾ ਕਿ ਸਾਰੀਆਂ ਜਥੇਬੰਦੀਆਂ ਦਾ ਸਾਂਝਾ ਪ੍ਰੋਗਰਾਮ ਹੈ ਤੇ ਸਾਂਝਾ ਇਹਦਾ ਐਲਾਨ ਵੀ ਸਾਂਝਾ ਹੀ ਕੀਤਾ ਜਾਊਗਾ। ਬਾਬਾ ਜੀ, ਤੁਹਾਨੂੰ ਕੀ ਲੱਗਦਾ ਜਿਹੜਾ ਸਰਕਾਰ ਨੇ ਤੁਹਾਡਾ ਹੀ ਮੰਗ ਰੱਖੀ ਹੈ ਜਿਹੜੀ ਮੰਨ ਲਈ, ਉਹਨਾਂ ਨੇ ਕਹਿੰਦੇ ਕਿ ਪੇਸ਼ ਕਰ ਦਿੰਦੇ ਵਿਧਾਨ ਸਭਾ ਦੇ ਵਿੱਚ, ਹਾਲਾਂਕਿ ਬਹੁਤ ਲੰਬੀ ਚੀਜ਼ ਹੈ, ਸਾਈਨ ਗਵਰਨਰ ਦੇ ਹੋਣੇ, ਉਸ ਤੋਂ ਬਾਅਦ ਰਾਸ਼ਟਰਪਤੀ ਦੇ ਹੋਣਗੇ। ਝਗੜਾਇਆ ਹਜੇ ਜਿੰਨਾ ਤੱਕ ਨਹੀਂ ਕੁਝ ਕਰਦੇ ਉਹਨਾਂ ਤੱਕ ਕੀ ਕਰ ਸਕਦੇ ਆ, ਜੇ ਕਰੂਗੇ ਤਾਂ ਜਾਣਾਂਗੇ। ਹਜੇ ਸਾਨੂੰ ਖੇਡ ਪਾਇਆ, ਜਿੰਨਾ ਕਿ ਸੰਘਰਸ਼ ਇਹ ਜਾਰੀ ਰਹੇਗਾ, ਜਿੰਨਾ ਕਿ ਨਹੀਂ ਕੋਈ ਫੈਸਲਾ ਪੱਕੇ ਤੌਰ ਤੇ ਆ ਰਿਹਾ, ਠੀਕ ਹੈ ਨਹੀਂ। ਤੇ
ਬਾਕੀ ਤਾਂ ਲੋਕ ਜਿੱਦਾਂ ਸਾਡੇ ਪ੍ਰਧਾਨ ਸਾਹਿਬ ਕਰੂਗੇ ਅਸੀਂ ਸਾਰੇ ਨਾਲ ਇਹਨਾਂ ਦੇ ਇਦਾਂ ਚੱਲੂਗਾ। ਬਾਈ ਤੁਹਾਡਾ ਕੀ ਤਜਰਬਾ ਕਹਿੰਦਾ ਹੈ ਜੀ? ਦੇਖੋ ਜੀ, ਜਿਹੜਾ ਨਾ ਵਿਧਾਨ ਸਭਾ 'ਚ ਪੇਸ਼ ਵੀ ਕੀਤਾ ਆ, ਇਹ ਤਾਂ ਇੱਕ ਨਿੱਕਾ ਜਿਹਾ ਸਟੈਪ ਜਿਹਨੂੰ ਕਹੀਏ ਉਹ ਆ ਜੇ। ਜਿੱਦਾਂ ਦਿੱਲੀ ਨੂੰ ਜਾਣ ਲਈ ਨਾ ਅਜੇ ਬਰਾਮ ਵੀ ਨਹੀਂ ਪਹੁੰਚੇ, ਅਸੀਂ 1 ਕਿਲੋਮੀਟਰ ਵੀ ਨਹੀਂ ਪਹੁੰਚੇ। ਇਹਦਾ ਬਹੁਤ ਲੰਮਾ ਪ੍ਰੋਸੈਸ ਵਾ, ਇਹ ਤੇ ਬਹੁਤ ਡਿੱਕੇ ਡਾਉਣੇ ਆ ਸੈਂਟਰ ਨੇ। ਇਹ ਆਪਣੇ ਗਵਰਨਰ ਕੋਲ ਜਾਣਾ, ਰਾਸ਼ਟਰਪਤੀ ਕੋਲ ਜਾਣਾ, ਸ਼ਾਇਦ ਸੁਪਰੀਮ ਕੋਰਟ ਵੀ ਆ। ਸੁਪਰੀਮ ਕੋਰਟ ਆ, ਜੋ ਫੈਸਲੇ ਹੁੰਦੇ ਆ ਤੁਹਾਨੂੰ ਪਤਾ ਹੀ ਆ, ਦਬਾਅ ਸੁਪਰੀਮ ਕੋਰਟ ਆ, ਸਾਰੇ ਫੈਸਲੇ ਗਵਰਨਮੈਂਟ ਦੀ ਰਜਾ ਨਾਲ ਹੁੰਦੇ, ਉਹਦੀ ਮਰਜ਼ੀ ਨਾਲ ਹੁੰਦੇ ਆ। ਇਸ ਕਰਕੇ ਇਹਨੂੰ ਇੰਨਾ ਸੋਚਾ ਨਾ ਹੁੰਦੇ, ਬਹੁਤ ਵੱਡਾ ਮਾਰਕਾ ਮਾਰ ਲਿਆ। ਇਹ ਮਾਰਕਾ ਤਾਂ ਇੱਕ ਕਿਸਾਨ ਸੰਘਰਸ਼ ਨੇ ਮਾਰਨਾ, ਅੱਗੇ ਵੀ ਇਹਨੇ ਮਾਰਨਾ, ਪਹਿਲਾਂ ਵੀ ਇਹਨੇ ਮਾਰੇ। ਇਹਦੇ ਦਬਾਅ ਦੇ ਵਿੱਚ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ, ਇਹਦੇ ਦਬਾਅ ਦੇ ਵਿੱਚ ਸੈਂਟਰ ਤੋਂ ਗੋਡਾ ਰੱਖ ਕੇ ਆਪਾਂ ਕਰਾਉਣਾ। ਜਿੱਤ ਸਾਡੀ ਹੋਣੀ ਆ, ਚਾਹੇ ਅੱਜ ਮੰਨ ਲਿਆ ਸੈਂਟਰ, ਚਾਹੇ ਕੱਲ ਮੰਨਣਾ ਸੈਂਟਰ ਨੂੰ ਪੈਣਾ। ਪੰਜਾਬ ਦਾ ਤਾਂ ਇੱਕ ਪੂਰਾ ਜਿਹੜਾ ਸ਼ੁਰੂ ਹੋਇਆ ਜੀ, ਇਹ ਤਾਂ ਜਿੱਦਾਂ ਕਹਿੰਦੇ ਇੱਧਰ ਨੂੰ ਸ਼ੁਰੂਆਤ ਕੀਤੀ ਆ। ਜੇ ਹੁਣ ਇਹ ਸਿੰਸੀਅਰ ਹੋਣ, ਕਾਂਗਰਸ ਦੀਆਂ 8-10 ਰਾਜਾਂ ਦੇ ਵਿੱਚ ਸਰਕਾਰਾਂ ਆ, ਸਾਰੇ ਥਾਂ ਤੇ ਮਤੇ ਪਾਉਣ। ਇਹ ਜੇ ਸਿੰਸੀਅਰ ਹੋਣ ਪਾਰਟੀ, ਸਾਰੇ ਥਾਂ ਮਤੇ ਪਾ, 50% ਲੜਾਈ ਸਾਡੀ ਜਿੱਤ ਹੋ ਜਾਂਦੀ। ਇਹ ਵੀ ਤਾਂ ਘਾਟਾ ਹੈਗਾ ਨਾ ਕਿ ਸਾਰੀਆਂ ਪਾਰਟੀਆਂ ਆਪੋ ਆਪਣੀ ਬੀਨ ਵਜਾਉਂਦੇ ਆ, ਉਹ ਕਿਤੇ ਇੱਕ ਮੰਚ ਤੇ ਇਕੱਠੇ ਨਹੀਂ ਹੁੰਦੇ। ਆਮ ਆਦਮੀ ਪਾਰਟੀ ਦੇ ਆਪਣਾ ਚੱਲੀ ਫਿਰਦੇ ਆ, ਕਾਂਗਰਸੀ ਆਪਣਾ ਕਰ ਰਹੇ ਆ, ਅਕਾਲੀ ਦਲ ਆਪਣਾ ਕਰ ਰਹੇ ਆ। ਤੁਹਾਨੂੰ ਇਹ ਚੀਜ਼ ਨਹੀਂ ਮਹਿਸੂਸ ਹੁੰਦੀ ਕਿ ਇਕੱਠੇ ਹੋਣੇ ਚਾਹੀਦੇ ਆ ਸਾਰੇ? ਇਹ ਤਾਂ ਇਤਿਹਾਸ ਆ ਪਹਿਲਾਂ ਤੋਂ, ਪੋਲੀਟੀਕਲ ਪਾਰਟੀਆਂ ਨੇ ਇਕੱਠਾ ਨਹੀਂ ਹੋਣਾ। ਉਹਨੇ ਸੋਚਣਾ ਆਪਣੇ ਵੋਟਾਂ ਨੂੰ, ਕਿਸਾਨਾਂ ਨੇ ਸੋਚਣਾ ਆਪਣੇ ਬੇਸਿਕਲ ਜਿਹੜੀ ਲੜਾਈ ਆ ਉਹਦੇ ਵੱਲ ਨੂੰ। ਕਿਸਾਨ ਤਾਂਹੀਓ ਤਾਂ ਉਹਨਾਂ ਨੂੰ ਮੋਰੇ ਕਮਾਂਡ ਨਹੀਂ ਦਿੰਦਾ, ਉਹਨਾਂ ਤੋਂ ਡਰਦਾ ਆ ਵੀ ਕੱਲ ਨੂੰ ਹਰੇਕ ਨਾ ਵੀ ਆਪਣਾ ਮਾਈਲੇਜ ਲੈ ਜਾਵੇ। ਸਮਝੇ ਗੱਲ ਕਿ ਨਹੀਂ? ਇਸ ਕਰਕੇ ਸਾਨੂੰ ਕਿਸਾਨਾਂ ਨੂੰ ਕਿਸਾਨਾਂ ਦੇ ਦੌਰ ਤੇ ਰਹਿਣ ਦੇ, ਸਾਨੂੰ ਪੋਲੀਟੀਕਲ ਪਾਸੇ ਨਾ ਪਾਵੋ। ਉਹ ਕੀ ਕਰਦੇ ਕੀ ਨਹੀਂ ਕਰਦੇ ਉਹਨਾਂ ਦੀ ਟੈਨਸ਼ਨ ਵਾ, ਉਹਨੀ ਵੋਟਾਂ ਮਟੋਰਨੀਆਂ, ਉਹਨੀ ਵੋਟਾਂ ਦਾ ਦੇਖਣਾ ਵੀ ਇੱਥੇ ਮੁਨਾਫਾ, ਇੱਥੇ ਜਮ੍ਹਾਂ ਘਟਾਓ ਉਹਨਾਂ ਦਾ ਕੰਮ ਆ। ਕਿਸਾਨਾਂ ਦਾ ਕੋਈ ਜਮ੍ਹਾਂ ਘਟਾਓ ਨਹੀਂ ਕੰਮ। 31 ਜਥੇਬੰਦੀਆਂ 30 ਜਥੇਬੰਦੀਆਂ ਜੋ ਫੈਸਲਾ ਕਰਨਗੇ, ਕੋਈ ਇਕੱਲਾ ਨਹੀਂ ਮੋਰੇ ਕਰਨਗੇ। ਜਾਣਾ ਅਸੀਂ ਦਿੱਲੀ ਨੂੰ ਆ, ਕੋਈ ਸਾਈਕਲ ਤੇ ਚੜ੍ਹ ਕੇ ਜਾਵੇ, ਕੋਈ ਬੱਸੇ ਚੜ੍ਹ ਕੇ ਜਾਵੇ, ਕੋਈ ਟ੍ਰੇਨ 'ਚ ਜਾਵੇ, ਪਹੁੰਚਣਾ ਟਾਰਗੇਟ ਤੇ ਆ। ਉਹ ਟਾਰਗੇਟ ਤੇ ਪਹੁੰਚਾਂਗੇ ਤਾਂ ਸਾਡੀ ਜਿੱਤ ਹੋਣੀ ਆ। ਪੋਲੀਟੀਕਲ ਪਾਰਟੀਆਂ ਨੂੰ ਟਾਰਗੇਟ ਹੈਗਾ 22 ਦਾ, ਸਾਡਾ ਟਾਰਗੇਟ ਹੈਗਾ ਜਿਹੜਾ ਇਹ ਰੱਦ ਕਰਾਉਣ ਦਾ। ਬਸ ਕੈਪਟਨ ਅਮਰਿੰਦਰ ਸਿੰਘ ਹੁਣੀ ਕਹਿੰਦੇ ਨੇ ਕਿ ਮੈਨੂੰ ਇਲੈਕਸ਼ਨਾਂ ਨਾਲ ਜਾਂ ਵੋਟਾਂ ਨਾਲ ਕੁਝ ਨਹੀਂਗਾ, ਮੇਰੀ ਜੇਬ ਦੇ ਵਿੱਚ ਅਸਤੀਫਾ ਪਿਆ ਵਾ, ਕਿਸਾਨਾਂ ਦੇ ਹੱਕ ਲਈ ਜੇ ਦੇਣਾ ਪਿਆ ਤੇ ਦੇ ਦਿਆਂਗੇ। ਇਹ ਕਾਹਦੀ ਮਾਈਲੇਜ ਆ? ਇਹ ਵੀ ਮਾਈਲੇਜ ਆ, ਇਹ ਵੀ ਮਾਈਲੇਜ ਆ। ਹੁਣ ਤੁਸੀਂ ਆਪਣੀ ਤਾਂ ਚੱਲ ਇੰਡੀਆ ਤਾਂ ਲਈ ਛੱਡੋ, ਕੈਨੇਡਾ ਦੇ ਵਿੱਚ BC ਦੀਆਂ ਚੋਣਾਂ ਹੋ ਰਹੀਆਂ, 1 ਸਾਲ ਪਹਿਲਾਂ ਹੋ ਰਹੀਆਂ। ਕਿਉਂ ਹੋ ਰਹੀਆਂ? ਉਹ ਮਾਈਲੇਜ ਲੈਣ ਲਈ ਹੋਈਆਂ, ਕਿਉਂਕਿ ਕੰਮ ਵਧੀਆ ਕੀਤੇ ਆ, ਲੋਕਾਂ ਨੂੰ ਬੈਨੀਫਿਟ ਦਿੱਤੇ ਆ। ਉਹ ਸਿਰਫ 1 ਸਾਲ ਪਹਿਲਾਂ ਕੋਈ ਕਿਤੇ ਨਹੀਂ ਕਰਾਉਂਦਾ, ਉਹ ਨਹੀਂ ਕਰਾਉਣਾ। ਉਹਨੂੰ ਪਤਾ ਵੀ ਸਾਡੀ ਮਾਈਲੇਜ ਮਿਲਣੀ ਆ, ਸਾਨੂੰ ਵੋਟਾਂ ਮਿਲਣੀਆਂ ਆ। ਇਹ ਸਟੰਟ ਹੁੰਦੇ ਆ ਪੋਲੀਟੀਕਲ ਪਾਰਟੀਆਂ ਦੇ। ਉਹ ਠੀਕ ਆ, ਉਹਨੇ ਸਟੈਪ ਚੱਪਿਆ, ਵਧੀਆ ਚੱਕਿਆ, ਅਸੀਂ ਥੈਂਕ ਯੂ ਕਰਦੇ ਆ। ਪਰ ਜਿੰਨਾ ਚਿਰ ਪੂਰਾ ਪੜ੍ਹ ਨਹੀਂ ਲੈਂਦੇ, ਕਿਸਾਨ ਸਾਰੇ ਸਮਝ ਨਹੀਂ ਲੈਂਦੇ ਕੀ ਸਾਡੇ ਜਿਹੜੇ ਵੱਡੇ ਥਿੰਕ ਟੈਂਕ ਵਾ ਸਾਡੇ ਕਿਸਾਨਾਂ ਦੇ, ਉਹ ਕੀ ਸੋਚਦੇ ਇਸ ਬਾਰੇ ਦੇ ਵਿੱਚ। ਇਹ ਬਾਅਦ ਦੀਆਂ ਗੱਲਾਂ, ਇਹ ਕੱਲ ਆਉਣ ਵਾਲੀਆਂ ਗੱਲਾਂ। ਇਹ ਅਜੇ ਆਪਾਂ ਹੁਣੇ ਇਹਦੇ ਤੇ ਪੋਜ਼ਿਟਿਵ ਨੈਗੇਟਿਵ ਕੋਈ ਕਮੈਂਟ ਨਹੀਂ ਕਰ ਸਕਦੇ, ਪਰ ਇਹ ਅਜੇ ਕੋਈ ਬਹੁਤੀ ਵੱਡੀ ਜਿੱਤ ਨਹੀਂ ਹੈਗੀ। ਇਹ ਜਿੱਤ ਕਿਸਾਨ ਦੇ ਸੰਘਰਸ਼ ਚੋਂ ਨਿਕਲਣੀ ਆ। ਇਹ ਲਾਸਟ ਐਂਡ ਫਾਈਨਲ ਇਹੀ ਗੱਲ ਹੈ, ਚਾਹੇ ਕੱਲ ਨੂੰ ਚਾਹੇ 2 ਸਾਲਾਂ ਨਿਕਲ, ਇਹ ਲੰਮੇ ਹੁੰਦੇ ਸੰਘਰਸ਼, ਪਰ ਇਹ ਜਿੱਤ ਜਿਹੜੀ ਪਬਲਿਕ ਦੀ ਹੁੰਦੀ ਆ। ਕਿ ਕਾਨੂੰਨ ਪਬਲਿਕ ਲਈ ਆ, ਪਬਲਿਕ ਕਾਨੂੰਨ ਲਈ ਨਹੀਂ ਹੈਗੀ। ਕਾਨੂੰਨ ਜੇ ਪਬਲਿਕ ਦੇ ਇੰਪਲੀਮੈਂਟ ਇੱਥੇ ਹੋਣਾ ਆਣਗੇ, ਸਾਡੇ ਇਸ ਫੀਲਡ ਦੇ ਹੋਣਾ, ਜੇ ਇੰਪਲੀਮੈਂਟ ਹੋਊਗਾ ਦੇਖਾਂ ਕਿੱਦਾਂ ਹੁੰਦੀ ਆ। ਜੇ ਹੁਣ ਆਪਾਂ ਕਿਤੇ ਦੂਜਾ ਕਹਿੰਦੇ ਹੁੰਦੇ ਆ ਵੀ ਆਪਾਂ ਹਿੰਸਕ ਨਹੀਂ ਹੋਣਾ, ਆਪਣੇ ਜਿੱਦਾਂ ਕਹਿੰਦੇ ਸਾਇਲੈਂਟ ਚੱਲਣਾ, ਸਾਇਲੈਂਟ ਚੱਲ ਕੇ ਜਿੱਤ ਵਧੀਆ ਮਿਲਦੀ ਆ। ਉਹ ਤਾਂ ਚਾਹੁੰਦੇ ਆ ਵੀ ਕੋਈ ਨਾ ਕੋਈ ਗਲਤ ਕੰਮ ਪਾਸੇ ਨੂੰ ਤੁਰਨ, ਲੋਕ ਪਰ ਨਹੀਂ, ਲੋਕਾਂ ਨੇ ਤੁਰਨ। ਸਾਡੇ ਲੋਕੀ ਬਹੁਤ ਡਿਸਪਲਾਈਨਡ ਆ। ਇਸ ਬਿੱਲ ਦੇ ਨਾਲ ਕਿਤੇ ਸੰਘਰਸ਼ ਠੰਡਾ ਤਾਂ ਨਹੀਂ ਪੈ ਜਾਊਗਾ? ਬਿਲਕੁਲ ਨਹੀਂ, ਬਿਲਕੁਲ ਨਹੀਂ। ਇਹ ਸੰਘਰਸ਼ ਕਿਸਾਨਾਂ ਦੇ ਤਾਂ ਜਿੱਦਾਂ ਕਹਿੰਦੇ ਸ਼ੁਰੂ ਹੀ ਇਹਦਾ ਕਰਨਾ, ਜਿੰਨਾ ਚਿਰ ਐਂਡ ਨਹੀਂ ਹੁੰਦਾ ਉਹਨਾਂ ਚਿਰ ਐਂਡ ਥੋੜੋ ਹੈ। ਇਹਦਾ ਐਵੇਂ ਜਿੱਦਾਂ ਕਹਿੰਦੇ ਉਧਰ ਨੂੰ ਇੱਕ ਚੁੱਕਿਆ ਆ, ਕਦਮ ਚੁੱਕਿਆ। ਸੋ ਇੱਕ ਗੱਲ ਇਹ ਵੀ ਹੈ ਕਿ ਏਜੰਸੀਆਂ ਦੀਆਂ ਰਿਪੋਰਟਾਂ ਇਹ ਵੀ ਆ ਰਹੀਆਂ ਨੇ ਕਿ ਕਿਤੇ ਮਾਹੌਲ ਨਾ ਖਰਾਬ ਹੋ ਜਾਏ, ਐਮਰਜੈਂਸੀ ਦੀਆਂ ਵੀ ਗੱਲਾਂ ਲੱਗਣ ਲੱਗ ਗਈਆਂ ਵੀ ਐਮਰਜੈਂਸੀ ਲੱਗ ਜੂਗੀ। ਲੱਗਦਾ ਵੀ ਤੁਹਾਨੂੰ ਇਹੋ ਜਿਹੀਆਂ ਚੀਜ਼ਾਂ ਵੀ ਹੋ ਸਕਦੀਆਂ ਨੇ? ਦੇਖੋ ਜੀ, ਅਸੀਂ ਤਾਂ ਕਿਸਾਨੀ ਦੇ ਹਿੱਤਾਂ ਦੇ ਲਈ ਲੜਨਾ, ਸਾਡੀ ਆਪਣੀ ਹੋਣੀ ਦੀ ਲੜਾਈ ਆ। ਉਹ ਕਿਸਾਨਾਂ ਦੇ ਉੱਤੇ ਤਸ਼ੱਦਦ ਕਰਦੇ ਆ, ਕੀ ਕਰਦੇ ਆ, ਡਾਂਗ ਭਰਾਉਂਦੇ ਆ। ਪਹਿਲਾਂ ਵੀ ਡਾਂਗਾਂ ਵਰਦੀਆਂ ਰਹੀਆਂ, ਪਹਿਲਾਂ ਵੀ ਜਿਹੜੀ ਆ ਐਮਰਜੈਂਸੀ ਲੱਗਦੀ ਰਹੀ ਆ। ਐਮਰਜੈਂਸੀ ਉਹਨਾਂ ਲਾਉਣ ਦਾ ਮਤਲਬ ਇਹ ਹੁੰਦਾ ਕਿ ਕਿਸਾਨਾਂ ਦੀ ਆਵਾਜ਼ ਬੰਦ ਕਰਨੀ। ਉੱਥੋਂ ਦੇ ਜਿਹੜੇ ਲੋਕ ਆ ਆਪਣੀਆਂ ਮੰਗਾਂ ਲਈ, ਆਪਣੇ ਹਿੱਤਾਂ ਲਈ, ਮਸਲਿਆਂ ਦੇ ਲਈ ਜੇ ਸੰਘਰਸ਼ ਕਰਦੇ ਆ, ਉਹ ਆਪਣੀ ਆਵਾਜ਼ ਬੁਲੰਦ ਕਰਦੇ ਆ। ਉਸ ਆਵਾਜ਼ ਨੂੰ ਬੰਦ ਕਰਨਾ ਐਮਰਜੈਂਸੀ ਲਾ ਕੇ, ਪਰ ਇਹ ਬਹੁਤੀ ਦੇਰ ਜਿਹੜੀ ਆ ਬੰਦ ਨਹੀਂ ਰਹਿ ਸਕਦੀ। ਤੁਸੀਂ ਪਹਿਲਾਂ ਵੀ ਦੇਖਿਆ ਕਿ ਕਾਂਗਰਸ ਨੇ ਵੀ ਐਮਰਜੈਂਸੀ ਲਾਈ ਸੀ, ਬਾਅਦ ਦੇ ਵਿੱਚ ਉਸ ਨੂੰ ਜਿਹੜਾ ਆ ਪਿੱਛੇ ਹਟਣਾ ਪਿਆ।
ਧੰਨਵਾਦ ਗੱਲਬਾਤ ਕਰ ਲਈ। ਸੋ ਕਿਸਾਨ ਕਹਿ ਰਹੇ ਨੇ ਕਿ ਸੰਘਰਸ਼ ਦੇ ਉੱਪਰ ਕੋਈ ਅਸਰ ਨਹੀਂ ਪਊਗਾ। ਅਜੇ ਇਹ ਇੱਕ ਸਟੈਪ ਆ, ਇਹ ਬਹਿਰਾਮ ਦੀਆਂ ਤਸਵੀਰਾਂ ਨੇ, ਤੁਸੀਂ ਦੇਖ ਰਹੇ ਹੋ ਕਿ 1 ਤਰੀਕ ਤੋਂ ਹੀ ਪੱਕਾ ਮੋਰਚਾ ਇਹ ਕਿਸਾਨ ਇਸ ਟੋਲ ਪਲਾਜ਼ੇ ਦੇ ਉੱਪਰ ਲਗਾ ਕੇ ਬੈਠੇ ਹੋਏ ਨੇ। ਟੋਲ ਪਲਾਜ਼ੇ ਤੇ ਇਸ ਕਰਕੇ ਕਿਉਂਕਿ ਇੱਕ ਵੱਡੇ ਘਰਾਣਿਆਂ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਇਹ ਸਭ ਕੁਝ ਕੀਤਾ ਜਾ ਰਿਹਾ ਹੈ। ਕਿਸਾਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਹੁਣ ਇਹ ਪਹਿਲਾ ਸਟੈਪ ਆ ਅਜੇ ਕੈਪਟਨ ਸਰਕਾਰ ਦਾ, ਅਤੇ ਕੱਲ ਨੂੰ ਮੀਟਿੰਗ ਹੋਣੀ ਹੈ। ਕੱਲ ਨੂੰ ਮੀਟਿੰਗ ਦੇ ਵਿੱਚ ਹੀ ਸਭ ਕੁਝ ਪਤਾ ਲੱਗੇਗਾ ਕਿ ਮੀਟਿੰਗ ਕਿਸਾਨਾਂ ਦੀ ਹੋਣੀ ਹੈ, ਉਹਨਾਂ ਦੇ ਵਿੱਚ ਕੀ ਮਤੇ ਪਾਸ ਹੁੰਦੇ ਨੇ, ਸੰਘਰਸ਼ ਦਾ ਰੂਪ ਰੇਖਾ ਕਿੱਧਰ ਨੂੰ ਜਾਂਦੀ ਹੈ, ਇਹ ਇੱਕ ਨਵੀਂ ਗੱਲ ਹੋਊਗੀ। ਕਿਉਂਕਿ ਅੱਜ ਜਿਹੜੀਆਂ ਚੀਜ਼ਾਂ ਤੋਂ ਕਿਸਾਨ ਡਰਦਾ ਸੀ ਉਹਨਾਂ ਚੀਜ਼ਾਂ ਨੂੰ ਵਿਧਾਨ ਸਭਾ ਦੇ ਵਿੱਚ ਬਿੱਲ ਦੇ ਰੂਪ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੇ ਪੇਸ਼ ਕੀਤਾ ਆ। ਪਰ ਇਹਦੇ ਬਹੁਤ ਵੱਡੇ ਸਟੈਪ ਨੇ, ਅਗਲੇ ਬਹੁਤ ਵੱਡੇ ਸਟੈਪ ਨੇ, ਔਖੇ ਸਟੈਪ ਨੇ। ਗਵਰਨਰ ਦੇ ਸਾਈਨ ਹੋਣੇ ਆ, ਉਸ ਤੋਂ ਬਾਅਦ ਰਾਸ਼ਟਰਪਤੀ ਦੇ ਸਾਈਨ ਹੋਣੇ ਨੇ, ਤੇ ਫਿਰ ਇਹ ਕਾਨੂੰਨ ਦੇ ਵਿੱਚ ਤਬਦੀਲ ਹੋਊਗਾ। ਫਿਰ ਅਸੀਂ ਇਸ ਦੇ ਉੱਪਰ ਅਮਲ ਕਰ ਸਕਦੇ ਹਾਂ, ਲਾਗੂ ਹੋ ਸਕਦਾ। ਪਰ ਇਹ ਕਿਤੇ ਨਾ ਕਿਤੇ ਇਹ ਨਾ ਹੋ ਜੇ ਕਿ ਇਹ ਸਿਰਫ ਤੇ ਸਿਰਫ ਇੱਕ ਪਬਲਿਕਲੀ ਸਟੰਟ ਹੋ ਜੇ, ਇਹ ਕਿਤੇ ਪੋਲੀਟੀਕਲੀ ਸਟੰਟ ਹੋ ਜੇ। ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੀਦਾ, ਕਿਉਂਕਿ ਕਿਸਾਨੀ ਦਾ ਮੁੱਦਾ ਆ, ਕਿਸਾਨੀ ਦੇ ਹੱਕ ਦੇ ਵਿੱਚ ਹੀ ਹੋਊਗਾ। ਜੇ ਕਿਸਾਨ ਜਿਉਂਦਾ ਰਹੂਗਾ ਤਾਂ ਅਸੀਂ ਜਿਉਂਦੇ ਰਹਾਂਗੇ, ਦੇਸ਼ ਜਿਉਂਦਾ ਰਹੂਗਾ, ਨਹੀਂ ਤਾਂ ਸਭ ਕੁਝ ਹੀ ਖਤਮ ਹੋ ਜਾਵੇਗਾ। ਫਿਲਹਾਲ ਕੱਲ ਨੂੰ ਮੀਟਿੰਗ ਹੋਣੀ ਹੈ ਕਿਸਾਨਾਂ ਦੀ, ਉਸ ਦੇ ਵਿੱਚ ਹੀ ਅਗਲੀ ਰੂਪਰੇਖਾ ਸੰਘਰਸ਼ ਦੀ ਉਲੀਕੀ ਜਾਵੇਗੀ। ਕੈਮਰਾਮੈਨ ਮਨੀਸ਼ ਦੇ ਨਾਲ ਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ। ਕੇਂਦਰ ਸਰਕਾਰ ਦੇ ਵੱਲੋਂ ਖੇਤੀ ਕਾਨੂੰਨ ਬਣਾਏ ਗਏ ਜੋ ਉਹਨਾਂ ਨੇ ਕਿਹਾ ਸੀ ਕਿ ਕਿਸਾਨਾਂ ਦੇ ਹੱਕ ਦੇ ਨੇ, ਪਰ ਪੂਰੇ ਦੇਸ਼ ਭਰ ਦੇ ਵਿੱਚ ਕਿਸਾਨ ਸੜਕਾਂ ਦੇ ਉੱਪਰ ਆ ਗਏ। ਲਗਭਗ 1 ਮਹੀਨਾ ਹੋ ਗਿਆ ਕਿਸਾਨ ਸੜਕਾਂ ਦੇ ਉੱਪਰ ਹੈ। ਕਿਸਾਨਾਂ ਨੂੰ ਇਹ ਕਾਨੂੰਨ ਮਨਜ਼ੂਰ ਨਹੀਂਗਾ। ਕਿਸਾਨਾਂ ਦੇ ਦਬਾਅ ਤੋਂ ਬਾਅਦ ਹੁਣ ਸਰਕਾਰ ਨੇ, ਪੰਜਾਬ ਸਰਕਾਰ ਨੇ 3 ਆਪਣੇ ਤੌਰ ਦੇ ਉੱਪਰ ਇੱਕ ਬਿੱਲ ਪੇਸ਼ ਕੀਤੇ ਨੇ, ਜਿਨ੍ਹਾਂ ਦੇ ਵਿੱਚ 3 ਚੀਜ਼ਾਂ ਤੋਂ ਜਿਹੜਾ ਕਿਸਾਨ ਡਰਦਾ ਸੀ ਉਹੀ 3 ਚੀਜ਼ਾਂ ਵਿੱਚ ਰੱਖੀਆਂ ਗਈਆਂ ਨੇ। ਉਹ 3 ਚੀਜ਼ਾਂ ਕਿਹੜੀਆਂ ਨੇ ਕਿ ਇੱਕ ਤਾਂ MSP ਖਤਮ ਨਹੀਂ ਹੋਊਗੀ,